ਹਸਤ ਖੇਲਤ ਤੇਰੇ ਦੇਹੁਰੇ ਆਇਆ। ਸਾਖੀ ਨੰਬਰ 19। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਅਗਿਆਤ ਲਿਖਾਰੀ ਨੇ ਗੁਰੂ ਸਾਹਿਬਾਨ ਦਾ ਥਾਂ ਥਾਂ 'ਤੇ ਘੋਰ ਅਪਮਾਨ ਕੀਤਾ ਹੈ। ਇਸ ਵਿਚਲੀਆਂ ਘਿਰਣਤ ਕਥਾਵਾਂ ਅਗਰ ਮੈਂ ਇੱਥੇ ਲਿਖਣ ਲੱਗ ਪਵਾਂ ਤਾਂ ਪਾਠਕਾਂ ਨੇ ਸੰਪਾਦਕ ਗਿਆਨੀ ਜੋਗਿੰਦਰ ਸਿੰਘ ਬਿਦੰਤੀ, ਸਾਬਕਾ ਜਥੇਦਾਰ ਅਕਾਲ ਤਖਤ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤਲਵੰਡੀ ਸਾਬੋ ਨੂੰ ਤਾਂ ਕੁਝ ਨਹੀਂ ਕਹਿਣਾ, ਮੇਰੇ ਮਗਰ ਲਾਠੀ ਲੈ ਕੇ ਜ਼ਰੂਰ ਮਗਰ ਪੈ ਜਾਣਾ ਹੈ। ਇਸ ਲਈ ਉਸ ਵਿਚਲੇ ਕੂੜ ਕੁਫਰ ਅਤੇ ਗੰਦਮੰਦ ਨੂੰ ਮੈਂ ਨਹੀਂ ਛੇੜਾਂਗਾ, ਕਿਉਂਕਿ ਉਹ ਤਾਂ ਬਹੁਤ ਹੀ ਅਪਮਾਨਜਨਕ ਉਹਦੇ 'ਚ ਗੱਲਾਂ ਲਿਖੀਆਂ ਨੇ, ਜਿਹੜੀਆਂ ਕਿ ਸਟੇਜ ਦੇ ਉੱਤੇ ਜਾਂ ਪਬਲਿਕ ਦੇ ਵਿੱਚ ਦੱਸੀਆਂ ਸੁਣਾਈਆਂ ਹੀ ਨਹੀਂ ਜਾ ਸਕਦੀਆਂ। ਇਸ ਲਈ ਉਸ ਵਿਚਲੇ ਕੂੜ ਕੁਫਰ ਅਤੇ ਗੰਦਮੰਦ ਨੂੰ ਢਕਿਆ ਹੀ ਰਹਿਣ ਦਈਏ। ਇਸ ਕਿਤਾਬ ਬਾਰੇ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਿਸਥਾਰ ਸਹਿਤ ਆਪਣੀ ਕਿਤਾਬ ਵਿੱਚ ਲਿਖ ਚੁੱਕੇ ਹਨ। ਕਿਵੇਂ ਛੇਵੇਂ ਸਤਿਗੁਰੂ ਦਾ ਜਨਮ ਹੋਇਆ, ਕਿਵੇਂ ਕੌਲਾਂ ਨਾਮ ਦੀ ਔਰਤ ਗੁਰੂ ਜੀ ਨੇ ਘਰ ਲਿਆਂਦੀ, ਕਿਵੇਂ ਏਕੇ ਦਾ ਸਾਤਾ ਬਣ ਗਿਆ, ਇੱਕ ਪੁੱਤਰ ਮੰਗਣ ਆਈ ਬੀਬੀ ਨੂੰ ਘੋੜੇ ਦੇ ਪੈਰ ਹਿਲਾਉਣ ਨਾਲ 7 ਪੁੱਤਰ ਮਿਲ ਗਏ, ਆਪਣੇ ਪੁੱਤਰ ਅਟਲ ਰਾਏ ਨੂੰ ਕਰਾਮਾਤ ਵਿਖਾਉਣ 'ਤੇ ਪ੍ਰਾਣ ਤਿਆਗ ਦੇਣ ਲਈ ਛੇਵੇਂ ਪਾਤਸ਼ਾਹ ਨੇ ਆਖ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਹੋਰ ਬੇਟੇ ਗੁਰਦਿੱਤਾ ਜੀ ਨੇ ਮਰੀ ਗਾਂ ਜਿਉਂਦੀ ਕਰ ਦਿੱਤੀ, ਜਿਸ ਕਾਰਨ ਗੁਰਦਿੱਤਾ ਜੀ ਨੂੰ ਖੁਦ ਪ੍ਰਾਣ ਤਿਆਗਣੇ ਪਏ। ਆਦ ਕਹਾਣੀਆਂ ਇਸ ਕਿਤਾਬ ਵਿੱਚ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਬਹੁਤ ਜ਼ਿਆਦਾ ਲਿਖੀਆਂ ਹੋਈਆਂ ਨੇ। ਇਹਨਾਂ ਤੋਂ ਅੱਗੇ ਲੰਘ ਕੇ ਅਸੀਂ 7ਵੇਂ ਪਾਤਸ਼ਾਹ ਕੋਲ ਚੱਲਦੇ ਹਾਂ। ਗੁਰੂ ਹਰ ਰਾਏ ਜੀ ਕੀਰਤਪੁਰ ਵਿਖੇ ਦੀਵਾਨ ਵਿੱਚ ਬੈਠੇ ਸਨ। ਸੰਗਤਾਂ ਉਪਦੇਸ਼ ਤੇ ਸਵਾਲ ਜਵਾਬ ਕਰਦਿਆਂ ਗੁਰਮਤ ਪ੍ਰਾਪਤ ਕਰ ਰਹੀਆਂ ਸਨ। ਇਤਨੇ ਨੂੰ ਇੱਕ ਬ੍ਰਾਹਮਣ ਆਪਣੇ ਮਰ ਚੁੱਕੇ ਜਵਾਨ ਬੇਟੇ ਦੀ ਲਾਸ਼ ਚੁਕਵਾ ਕੇ ਗੁਰੂ ਦਰਬਾਰ ਵਿੱਚ ਪਹੁੰਚ ਗਿਆ। ਅੱਗੇ ਲੱਗਾ ਪਿੱਟ ਸਿਆਪਾ ਕਰਨ, ਸਤਿਗੁਰੂ ਜੀ ਤੁਸੀਂ ਬਹੁਤ ਮਹਾਨ ਹੋ, ਗੁਰੂ ਨਾਨਕ ਦੀ ਜੋਤ ਹੋ, ਇਸ ਮਹਾਨ ਤਖਤ 'ਤੇ ਗਲਤ ਬੰਦਾ ਟਿਕ ਹੀ ਨਹੀਂ ਸਕਦਾ, ਤੁਸੀਂ ਬਹੁਤ ਪਰਉਪਕਾਰੀ ਹੋ, ਭੁੱਖਿਆਂ ਨੂੰ ਭੋਜਨ, ਗਰੀਬਾਂ ਨੂੰ ਧਨ, ਮੂਰਖਾਂ ਨੂੰ ਗਿਆਨ, ਹੰਕਾਰੀਆਂ ਨੂੰ ਨਿਮਰਤਾ, ਔਗੁਣਾਂ ਨਾਲ ਭਰੇ ਬੰਦਿਆਂ ਨੂੰ ਤੁਸੀਂ ਗੁਣਵਾਨ ਬਣਾ ਸਕਦੇ ਹੋ। ਇਸ ਦਰ 'ਤੇ ਲੋੜਵੰਦ ਖਾਲੀ ਹੱਥ ਕਦੇ ਨਹੀਂ ਗਿਆ। ਮੈਂ ਨਿਮਾਣੇ ਦੀ ਅਰਦਾਸ ਵੀ ਤੁਸੀਂ ਜ਼ਰੂਰ ਸੁਣ ਲਓ। ਮੇਰੇ ਪੁੱਤਰ ਜੀ ਨੂੰ ਜੀਵਨ ਦਾਨ ਬਖਸ਼ ਦਿਓ ਜੀ, ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ ਜੀ। ਸਤਿਗੁਰੂ ਜੀ, ਭਾਈ ਕਰਾਮਾਤ ਕਹਿਰ ਦਾ ਨਾਮ ਹੈ। ਸਾਰੀਆਂ ਕਰਾਮਾਤੀ ਸ਼ਕਤੀਆਂ ਦਾ ਮਾਲਕ ਕੇਵਲ ਨਿਰੰਕਾਰ ਹੈ, ਹੋਰ ਕੋਈ ਨਹੀਂ। ਤੁਸੀਂ ਭਾਣਾ ਸਵੀਕਾਰ ਕਰੋ, ਕਦੀ ਮਰੇ ਪ੍ਰਾਣੀ ਜੀਵਤ ਨਹੀਂ ਹੋਇਆ ਕਰਦੇ। ਅੱਗੋਂ ਪੰਡਤ ਬੋਲਿਆ, ਮਹਾਰਾਜ ਮੈਂ ਤਾਂ ਤੁਹਾਡੇ ਵਿੱਚ ਅਨੇਕ ਸ਼ਕਤੀਆਂ ਕਰਾਮਾਤਾਂ ਦੀ ਗੱਲਬਾਤ ਤੁਹਾਡੇ ਸਿੱਖਾਂ ਤੋਂ ਬਹੁਤ ਵਾਰੀ ਸੁਣੀ ਹੈ। ਇਸ ਦਾ ਮਤਲਬ ਤੁਹਾਡੇ ਸੇਵਕ ਹਰ ਰੋਜ਼ ਝੂਠ ਬੋਲਦੇ ਫਿਰਦੇ ਨੇ। ਕੁਝ ਸਮੇਂ ਲਈ ਸਤਿਗੁਰੂ ਜੀ ਨੇ ਅੱਖਾਂ ਬੰਦ ਕਰ ਲਈਆਂ। ਪੰਡਤ ਤੇ ਉਸ ਦੀ ਪਤਨੀ ਹੱਥ ਜੋੜ ਕੇ ਖੜੇ ਰਹੇ। ਥੋੜ੍ਹੀ ਦੇਰ ਬਾਅਦ ਗੁਰੂ ਜੀ ਨੇ ਅੱਖਾਂ ਖੋਲ੍ਹੀਆਂ ਤੇ ਬ੍ਰਾਹਮਣ ਨੂੰ ਸੰਬੋਧਨ ਹੋ ਕੇ ਕਹਿਣ ਲੱਗੇ, ਜੇ ਤੇਰਾ ਲੜਕਾ ਜੀਵਤ ਨਾ ਹੋਇਆ ਫਿਰ ਕੀ ਕਰੇਗਾ? ਪੰਡਤ ਕਹਿਣ ਲੱਗਾ, ਹਜੂਰ ਇਹ ਮੇਰੀ ਜਾਨ ਤੋਂ ਪਿਆਰਾ ਹੈ, ਮੈਂ ਇਸ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਾਂਗਾ। ਗੁਰੂ ਜੀ ਆਖਣ ਲੱਗੇ, ਠੀਕ ਹੈ, ਲੜਕਾ ਜੀਵਤ ਹੋ ਜਾਵੇਗਾ, ਪਰ ਇਸ ਦੇ ਬਦਲੇ ਇੱਕ ਬੰਦੇ ਨੂੰ ਆਪਣੀ ਜਾਨ ਵਾਰਨੀ ਪਵੇਗੀ। ਤੂੰ ਜਾਂ ਤੇਰੀ ਪਤਨੀ ਦੋਵਾਂ ਵਿੱਚੋਂ ਇੱਕ ਇਸ ਦੀ ਲਾਸ਼ ਦੇ ਨਾਲ ਲੇਟ ਜਾਓ। ਥੋੜ੍ਹੇ ਸਮੇਂ ਬਾਅਦ ਲੜਕਾ ਜੀਵਤ ਹੋ ਜਾਵੇਗਾ, ਨਾਲ ਪਏ ਵਿਅਕਤੀ ਦੀ ਮੌਤ ਹੋ ਜਾਵੇਗੀ। ਬ੍ਰਾਹਮਣ ਤਾਂ ਵਿਚਾਰਾ ਸੋਚਾਂ ਵਿੱਚ ਪੈ ਗਿਆ, ਉਹਨੂੰ ਤੇ ਹੱਥਾਂ ਪੈਰਾਂ ਦੀ ਪੈ ਗਈ। ਆਪਣੀ ਪਤਨੀ ਨੂੰ ਆਖਣ ਲੱਗਿਆ, ਭਗਵਾਨ ਨੇ ਬੇਟਾ ਤੈਨੂੰ ਬਹੁਤ ਪਿਆਰਾ ਹੈ, ਉਸ ਦਿਨ ਤੋਂ ਤੂੰ ਰੋ ਰੋ ਕੇ ਆਪਣਾ ਆਪਾ ਖਪਾ ਲਿਆ। ਹੁਣ ਇਉਂ ਕਰ, ਤੂੰ ਇਸ ਦੀ ਥਾਂ ਜਾਨ ਵਾਰ ਦੇ, ਲੜਕਾ ਜੀਵਤ ਹੋ ਜਾਵੇਗਾ। ਅੱਗੋਂ ਉਹ ਗੁੱਸੇ ਵਿੱਚ ਬੋਲੀ, ਇਸ ਦਾ ਮਤਲਬ ਤੈਨੂੰ ਆਪਣੇ ਪੁੱਤਰ ਨਾਲ ਕੋਈ ਪਿਆਰ ਨਹੀਂ, ਹੁਣ ਤੱਕ ਵਿਖਾਵਾ ਹੀ ਕਰਦਾ ਸੈਂ। ਬ੍ਰਾਹਮਣ ਗੁਰੂ ਜੀ ਨੂੰ ਮੁਖਾਤਬ ਹੋ ਕੇ ਆਖਣ ਲੱਗਾ, ਜੀ ਮੈਂ ਇਸ਼ਨਾਨ ਕਰ ਆਵਾਂ, ਫਿਰ ਹਾਜ਼ਰ ਹੋਵਾਂਗਾ। ਇਸ਼ਨਾਨ ਕਰ ਗਿਆ ਬ੍ਰਾਹਮਣ ਵਾਪਸ ਮੁੜ ਕੇ ਹੀ ਨਹੀਂ ਆਇਆ। ਸਤਿਗੁਰੂ ਜੀ ਨੇ ਬੀਬੀ ਨੂੰ ਪੁੱਛਿਆ,
कि बीबी तेरा की विचार है। ਉਹ कहन लगी जी मैं हुणे पंडित जी ਨੂੰ बुला के लियाउंदी हाँ। ਤੇ ਉਹ ਵੀ ਚਲੀ ਤਾਂ ਗਈ ਪਰ ਵਾਪਸ ਮੁੜ ਕੇ ਨਹੀਂ ਆਈ। ਇੱਕ ਫਿਰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਅਗਰ ਕਿਸੇ ਇੱਕ ਦੀ ਜਾਨ ਬਦਲੇ ਇਸ ਨੂੰ ਜੀਵਤ ਕੀਤਾ ਜਾ ਸਕਦਾ ਹੈ ਤਾਂ ਮੈਂ ਕਾਫੀ ਉਮਰ ਭੋਗ ਲਈ ਹੈ, ਮੈਂ ਇਸ ਦੀ ਲਾਸ਼ ਦੇ ਨਾਲ ਲੰਮਾ ਪੈ ਜਾਂਦਾ ਹਾਂ। ਸਤਿਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਭਾਈ ਸਿੱਖਾ ਤੇਰੀ ਭਾਵਨਾ ਦੀ ਮੈਂ ਕਦਰ ਕਰਦਾ ਹਾਂ, ਮੈਂ ਇਹਨਾਂ ਦੇ ਪਿਆਰ ਦਾ ਹੇਜ ਨੰਗਾ ਕਰਨਾ ਸੀ ਤੇ ਇਸ ਤਰ੍ਹਾਂ ਮੈਨੂੰ ਕਰਨਾ ਪਿਆ। ਉਂਝ ਮਰਿਆ ਪ੍ਰਾਣੀ ਜੀਵਤ ਨਹੀਂ ਹੋਇਆ ਕਰਦਾ, ਕੁਦਰਤ ਦਾ ਇਹੀ ਅਟੱਲ ਅਸੂਲ ਹੈ। ਆਪਣੀ ਵੱਲੋਂ ਇਹ ਸਾਨੂੰ ਅਪਮਾਨਿਤ ਕਰਨ ਆਏ ਸਨ ਵੀ ਜੇ ਗੁਰੂ ਜੀ ਨੇ ਲੜਕਾ ਜੀਵਤ ਨਾ ਕੀਤਾ ਤਾਂ ਸਿੱਖਾਂ ਵਿੱਚ ਬਦਨਾਮੀ ਹੋਵੇਗੀ। ਹੁਣ ਤੁਸੀਂ ਵੇਖ ਹੀ ਲਿਆ ਹੈ ਸਾਰਾ ਘਟਨਾ ਚੱਕਰ। ਇਸ ਮਰ ਚੁੱਕੇ ਲੜਕੇ ਦਾ ਸੰਸਕਾਰ ਕਰ ਦਿਓ, ਤੁਹਾਡੇ ਸਨਮੁਖ ਤਰ੍ਹਾਂ ਤਰ੍ਹਾਂ ਦੇ ਬਹੁਤ ਮਸਲੇ ਆਉਣਗੇ, ਤੁਸੀਂ ਠੀਕ ਸਮੇਂ ਤੇ ਸਹੀ ਫੈਸਲਾ ਕਰਨ ਦੀ ਆਪਣੇ ਅੰਦਰ ਯੋਗਤਾ ਪੈਦਾ ਕਰ ਲੈਣੀ। ਅਜਿਹੇ ਚਤਰ ਲੋਕਾਂ ਤੋਂ ਬਚਣਾ। ਇਹ ਤਾਂ ਕਹਾਣੀ ਨੂੰ ਕੁਝ ਹਿੱਸਾ ਮੈਂ ਮੋੜ ਦਿੱਤਾ ਹੈ, ਪਰ ਪੁਰਾਤਨ ਕਹਾਣੀ ਦੇ ਮੁਤਾਬਕ ਇੱਥੇ ਇਹ ਲਿਖਿਆ ਕਿ ਜੀਵਾ ਨਾਮ ਦੇ ਇੱਕ ਸਿੱਖ ਨੇ ਆਪਣੀ ਜਾਨ ਵਾਰ ਦਿੱਤੀ ਤੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰ ਦਿੱਤਾ। ਆਖੋ ਸਤਨਾਮ।